ਆਮ ਭਾਸ਼ਾ ਦੇ ਵਿੱਚ ਹਾਈਪਰਟੈਂਸ਼ਨ ਕਹਿੰਦੇ ਕਿਹਨੂੰ ਨੇ ਪਹਿਲਾਂ ਇਹ ਲੋਕਾਂ ਨੂੰ ਸਮਝਾਓ। ਮੰਨ ਲਓ ਜਦੋਂ ਉੱਪਰ ਵਾਲਾ ਬਲੱਡ ਪ੍ਰੈਸ਼ਰ 140 ਤੇ ਨੀਚੇ ਵਾਲਾ 90 ਤੋਂ ਜ਼ਿਆਦਾ ਹੋ ਜਾਂਦਾ ਤਾਂ ਅਸੀਂ ਕਹਿੰਦੇ ਕਿ ਜ਼ਰੂਰਤ ਜਿਹੜੀ ਰਿਕੁਆਇਰਮੈਂਟ ਹੈ ਉਹ ਤੋਂ ਜ਼ਿਆਦਾ ਹੋ ਗਿਆ ਤੇ ਬਾਡੀ ਤੇ ਇਫੈਕਟ ਕਰੇਗਾ ਤੇ ਇਸ ਨੂੰ ਅਸੀਂ ਹਾਈਪਰਟੈਂਸ਼ਨ ਕਹਿੰਦੇ ਹਾਂ। ਇਹਨੂੰ ਸਾਇਲੈਂਟ ਕਿਲਰ ਕਹਿੰਦੇ ਆ। ਜ਼ਿਆਦਾਤਰ ਇਹਦੇ ਵਿੱਚ ਜਿਹੜੇ ਸਿੰਪਟਮਸ ਹੈਗੇ ਨੇ ਉਹ ਨਹੀਂ ਹੁੰਦੇ, ਸਿਰਫ ਨੰਬਰ ਕਾਊਂਟ ਕਰਦੇ ਆ ਉਦੋਂ ਇਹ ਪਤਾ ਲੱਗਦਾ ਕਿ ਬਲੱਡ ਪ੍ਰੈਸ਼ਰ ਹੈ। ਇਸੇ ਲਈ ਇਹ ਹਾਈਪਰਟੈਂਸ਼ਨ ਡੇ ਮਨਾਇਆ ਜਾ ਰਿਹਾ ਕਿ ਬੰਦਾ ਆਪਣੇ ਨੰਬਰ ਪਤਾ ਲੱਗਣ। ਵਿਮਨ ਦੇ ਵਿੱਚ ਰਿਲੇਟਿਵਲੀ 40 ਸਾਲ ਤੋਂ ਘੱਟ ਦੀ ਉਮਰ 'ਚ ਬਲੱਡ ਪ੍ਰੈਸ਼ਰ ਦੀ ਪਰਸੈਂਟੇਜ ਘੱਟ ਹੈ, ਪਰ ਫਿਰ ਵੀ 20% ਹੈ। ਤੇ ਜੇ ਤੁਸੀਂ ਦੇਖੋ ਕਿ ਜਿਹੜੇ ਮੇਲ ਹੈ ਉਹਦੇ ਵਿੱਚ 25% ਹੈ, ਪਰ ਪੰਜਾਬ ਦੇ ਵਿੱਚ ਇਸ ਤੋਂ ਵੀ ਜ਼ਿਆਦਾ ਹੈ ਔਰ ਬੱਚਿਆਂ ਦੇ ਵਿੱਚ ਵੀ 5 ਤੋਂ 7% ਹੁੰਦੀ ਹੈ। ਪ੍ਰੀ ਹਾਈਪਰਟੈਂਸ਼ਨ 'ਚ ਆਪਾਂ ਧਿਆਨ ਰੱਖ ਲਾਂਗੇ, ਜਿਹੜੇ ਆਪਾਂ ਡਿਸਕਸ ਕਰਾਂਗੇ ਤਾਂ ਆਪਾਂ ਨੂੰ ਹੋਏਗਾ ਹੀ ਨਹੀਂ। ਬਾਕੀ ਕੋਈ ਵੀ ਸਟੇਜ ਦਾ ਬਲੱਡ ਪ੍ਰੈਸ਼ਰ ਹੈ ਉਹ ਖਤਰਨਾਕ ਹੈ, ਨੋ ਡਾਊਟ। ਜਿੰਨਾ ਜ਼ਿਆਦਾ ਬੀਪੀ ਹੋਏਗਾ ਉਨਾ ਜ਼ਿਆਦਾ ਡੈਮੇਜ ਜਿਹੜਾ ਟਾਰਗੇਟ ਆਰਗਨ ਤੇ ਜ਼ਿਆਦਾ ਹੋਏਗਾ। ਸਾਲਟ ਕੰਜ਼ੰਪਸ਼ਨ ਸਭ ਤੋਂ ਇੰਪੋਰਟੈਂਟ ਹੈ, ਜਿਹੜੀ ਵਾਈਟ ਤੁਸੀਂ ਸਮਝ ਲਓ। ਜਿਹੜਾ ਵੀ ਆਪਾਂ ਐਕਸਟਰਾ ਨਮਕ ਪਾ ਰਹੇ ਹਾਂ ਆਪਾਂ ਬਲੱਡ ਪ੍ਰੈਸ਼ਰ ਨੂੰ ਇਨਵਾਈਟ ਕਰ ਰਹੇ ਹਾਂ, ਪਹਿਲੀ ਚੀਜ਼। ਦੂਸਰਾ, ਕਈ ਲੋਕ ਪਹਿਲਾਂ ਕਹਿੰਦੇ ਸੀ 1-2 ਪੈਗ ਅਲਕੋਹਲ ਦੇ ਨਾਲ ਕੋਈ ਫਰਕ ਨਹੀਂ ਪੈਂਦਾ, ਪਰ ਬਲੱਡ ਪ੍ਰੈਸ਼ਰ ਹੁਣ ਸਾਰੇ ਸਹੀ ਕਹਿੰਦੇ ਨੇ ਕਿ ਅਲਕੋਹਲ ਦੇ ਨਾਲ ਜ਼ਿਆਦਾ ਅਲਕੋਹਲ ਲਓਗੇ ਤਾਂ ਤੁਹਾਡਾ ਬਲੱਡ ਪ੍ਰੈਸ਼ਰ ਵਧੇਗਾ। ਰੋਜ਼ਾਨਾ ਵਾਕ, ਓਵਰਵੇਟ ਹੋਣ ਨਾ ਦਿਓ, ਉਹ ਵੀ ਨੰਬਰ ਹੀ ਹੈ। ਆਪਣਾ weight gain ਨਾ ਹੋਣ ਦਿਓ। ਮਿੱਠਾ ਤੇ ਨਮਕ, ਜੇ ਇਸ ਨੂੰ ਆਪਾਂ ਘਟਾ ਦਾਂਗੇ ਬਲੱਡ ਪ੍ਰੈਸ਼ਰ ਹੋਣ ਦੇ ਚਾਂਸਿਸ ਘੱਟ ਨੇ। ਅੱਜ ਵਿਸ਼ਵ ਭਰ ਦੇ ਵਿੱਚ ਵਰਲਡ ਹਾਈਪਰਟੈਂਸ਼ਨ ਡੇ ਮਨਾਇਆ ਜਾ ਰਿਹਾ। ਹਾਈਪਰਟੈਂਸ਼ਨ ਹੁੰਦਾ ਕੀ ਹੈ? ਆਮ ਭਾਸ਼ਾ ਦੇ ਵਿੱਚ ਤੁਹਾਨੂੰ ਸਮਝਾਉਂਦੇ ਆ ਕਿ ਆਮ ਜ਼ਿੰਦਗੀ ਦੇ ਵਿੱਚ ਜਦੋਂ ਤਣਾਅ ਵੱਧਦਾ ਹੈ ਤੇ ਤਣਾਅ ਵਧਣ ਦੇ ਨਾਲ ਉਹ ਤਣਾਅ ਆਪਣੇ ਸਰੀਰ ਨੂੰ ਕਈ ਪ੍ਰਕਾਰ ਦੀਆਂ ਬਿਮਾਰੀਆਂ ਵੀ ਦੇ ਦਿੰਦਾ। ਉਸ ਤੋਂ ਬਚਿਆ ਕਿਸ ਤਰ੍ਹਾਂ ਜਾ ਸਕੇ? ਹਾਈਪਰਟੈਂਸ਼ਨ ਸਰੀਰ ਤੇ ਅਸਰ ਕੀ ਪਾਉਂਦਾ? ਕਿਉਂਕਿ ਆਮ ਤੌਰ ਤੇ ਕਿਹਾ ਜਾਂਦਾ ਕਿ ਜਦੋਂ ਹਾਈਪਰਟੈਂਸ਼ਨਸ ਆਉਂਦੀਆਂ ਨੇ ਤਾਂ ਦਿਲ ਤੇ ਬਹੁਤ ਅਸਰ ਪੈਂਦਾ। ਉਸ ਤੇ ਹੀ ਚਰਚਾ ਕਰਾਂਗੇ। ਸਾਡੇ ਨਾਲ ਲੁਧਿਆਣਾ ਦੇ DMC ਹਸਪਤਾਲ ਤੋਂ ਸੀਨੀਅਰ ਡਾਕਟਰ ਵਿਸ਼ਵ ਮੋਹਨ ਜੀ ਸਾਡੇ ਨਾਲ ਮੌਜੂਦ ਨੇ। ਸਰ, ਅੱਜ ਵਰਲਡ ਹਾਈਪਰਟੈਂਸ਼ਨ ਡੇ ਮਨਾਇਆ ਰਿਹਾ। ਆਮ ਭਾਸ਼ਾ ਦੇ ਵਿੱਚ ਹਾਈਪਰਟੈਂਸ਼ਨ ਕਹਿੰਦੇ ਕਿਹਨੂੰ ਨੇ ਪਹਿਲਾਂ ਇਹ ਲੋਕਾਂ ਨੂੰ ਸਮਝਾਓ। ਦੇਖੋ, ਜਿਹੜਾ ਬਲੱਡ ਪ੍ਰੈਸ਼ਰ ਹੈ ਉਹ ਨੰਬਰਸ ਹੈ। ਆਪਾਂ ਬਲੱਡ ਪ੍ਰੈਸ਼ਰ ਜਿੱਦਾਂ ਆਪਾਂ ਕਹਿੰਦੇ ਕਿ 120 ਉੱਪਰ ਵਾਲਾ ਤੇ 80, ਇਹ ਇੱਕ ਨੰਬਰ ਹੈ ਜਿਹੜਾ ਕਿ ਬਲੱਡ ਜਿਹੜਾ ਫਲੋ ਕਰਦਾ ਨਾੜੀਆਂ ਦੇ ਵਿੱਚ ਉਹਨੂੰ ਪ੍ਰੈਸ਼ਰ ਨੂੰ ਇਨਡਾਇਰੈਕਟਲੀ ਮੇਜਰ ਕਰਦੇ ਆ ਤਾਂ ਉਹਨੂੰ ਇਹ ਨੰਬਰ ਕਹਿੰਦੇ ਆ। ਪਰ ਜਦੋਂ ਇਹ ਪ੍ਰੈਸ਼ਰ ਜ਼ਿਆਦਾ ਹੋ ਜਾਂਦਾ ਹੈ, ਮੰਨ ਲਓ ਜਦੋਂ ਉੱਪਰ ਵਾਲਾ ਬਲੱਡ ਪ੍ਰੈਸ਼ਰ 140 ਤੇ ਨੀਚੇ ਵਾਲਾ 90 ਤੋਂ ਜ਼ਿਆਦਾ ਹੋ ਜਾਂਦਾ ਤਾਂ ਅਸੀਂ ਕਹਿੰਦੇ ਕਿ ਜ਼ਰੂਰਤ ਜਿਹੜੀ ਰਿਕੁਆਇਰਮੈਂਟ ਹੈ ਉਹ ਤੋਂ ਜ਼ਿਆਦਾ ਹੋ ਗਿਆ ਤੇ ਬਾਡੀ ਤੇ ਇਫੈਕਟ ਕਰੇਗਾ ਤੇ ਇਸ ਨੂੰ ਅਸੀਂ ਹਾਈਪਰਟੈਂਸ਼ਨ ਕਹਿੰਦੇ ਆ। ਇਹ ਆਮ ਤੌਰ ਤੇ ਵੱਧਦਾ ਕਦੋਂ ਆ? ਕਿਉਂਕਿ ਆਮ ਤੌਰ ਤੇ ਲੋਕ ਕਹਿੰਦੇ ਨੇ ਕਿ ਸਿਰਫ ਜਦੋਂ ਆਮ ਜ਼ਿੰਦਗੀ ਦੇ ਵਿੱਚ ਤਣਾਅ ਵੱਧਦਾ ਉਦੋਂ ਹੀ ਇਹ ਚੀਜ਼ ਹੁੰਦੀ ਹੈ, ਕਿ ਵਾਕਈ ਸਿਰਫ ਤਣਾਅ ਹੀ ਇਸ ਦਾ ਕਾਰਨ ਹੈ? ਦੇਖੋ, ਇਹਦੇ ਵਿੱਚ ਬਹੁਤ ਜ਼ਿਆਦਾ ਕਾਰਨ ਹੁੰਦੇ ਨੇ। ਪਹਿਲੀ ਗੱਲ ਤਾਂ ਇਹ ਕਿ ਜਿਹੜਾ ਬਲੱਡ ਪ੍ਰੈਸ਼ਰ ਹੈਗਾ ਹਰ ਇੱਕ ਦੂਸਰੇ ਤੀਸਰੇ ਬੰਦੇ ਨੂੰ ਹੈਗਾ, ਤੇ ਜਿਹੜਾ ਅਰਬਨ ਏਰੀਆ ਦੇ ਵਿੱਚ ਜਿਹੜਾ ਬਲੱਡ ਪ੍ਰੈਸ਼ਰ ਹੈ ਹਰ ਇੱਕ 40% ਹੈ, ਜਿਹੜਾ ਰੂਰਲ ਏਰੀਆ ਦੇ ਵਿੱਚ 30% ਹੈ। ਪਰ ਪਿਛਲੇ 3-4 ਸਾਲਾਂ ਤੋਂ ਅਸੀਂ ਦੇਖਿਆ ਕਿ ਬਲੱਡ ਪ੍ਰੈਸ਼ਰ ਪਿੰਡਾਂ ਦੇ ਵਿੱਚ ਵੀ ਵੱਧ ਰਿਹਾ ਤੇ ਜਿਹੜਾ ਅਰਬਨ ਏਰੀਆ ਉਹਦੇ ਵਿੱਚ ਵੀ ਵੱਧ ਰਿਹਾ, ਪਹਿਲੀ ਗੱਲ। ਦੂਸਰਾ, ਇਹਨੂੰ ਸਾਇਲੈਂਟ ਕਿਲਰ ਕਹਿੰਦੇ ਆ। ਜ਼ਿਆਦਾਤਰ ਇਹਦੇ ਵਿੱਚ ਜਿਹੜੇ ਸਿੰਪਟਮਸ ਹੈਗੇ ਨੇ ਉਹ ਨਹੀਂ ਹੁੰਦੇ, ਸਿਰਫ ਨੰਬਰ ਕਾਊਂਟ ਕਰਦੇ ਆ ਉਦੋਂ ਇਹ ਪਤਾ ਲੱਗਦਾ ਕਿ ਬਲੱਡ ਪ੍ਰੈਸ਼ਰ ਹੈ। ਇਸੇ ਲਈ ਇਹ ਹਾਈਪਰਟੈਂਸ਼ਨ ਡੇ ਮਨਾਇਆ ਜਾ ਰਿਹਾ ਕਿ ਬੰਦਾ ਆਪਣੇ ਨੰਬਰ ਪਤਾ ਲੱਗਣ। ਕਿਉਂਕਿ ਜਿੱਦਾਂ ਸ਼ੂਗਰ ਹੈ ਉੱਦਾਂ ਬਲੱਡ ਪ੍ਰੈਸ਼ਰ ਹੈ। 70% ਲੋਕਾਂ ਨੂੰ ਪਤਾ ਨਹੀਂ ਲੱਗਦਾ ਕਿ ਮੈਨੂੰ ਬਲੱਡ ਪ੍ਰੈਸ਼ਰ ਹੈ, ਪਰ ਉਹਨਾਂ ਨੂੰ ਹੁੰਦਾ ਸੇਮ ਹੀ ਸ਼ੂਗਰ ਹੈਗੀ ਹੈ। ਜਿਸ ਤਰ੍ਹਾਂ ਪਿੱਛੇ ਤੁਹਾਡੇ ਸਾਰੀਆਂ ਸਲਾਈਡਸ ਵੀ ਚੱਲ ਰਹੀਆਂ ਨੇ, ਮੇਨ ਕਾਜ਼ਸ ਕੀ ਰਹਿੰਦੇ ਨੇ ਇਹਦੇ? ਕਿਹੜੇ ਕਾਰਨਾਂ ਕਰਕੇ ਹਾਈਪਰਟੈਂਸ਼ਨਸ ਹੁੰਦੀਆਂ ਜਾਂ ਬਲੱਡ ਪ੍ਰੈਸ਼ਰ ਵੱਧਦਾ? ਬਟ ਦੇਖੋ, ਬਲੱਡ ਪ੍ਰੈਸ਼ਰ ਨੂੰ ਅਸੀਂ ਸਾਇਲੈਂਟ ਕਿਲਰ ਇਸ ਲਈ ਕਹਿੰਦੇ ਆ ਕਿਉਂਕਿ ਜਿੰਨੀ ਦੇਰ ਤੱਕ ਇਹਨੂੰ ਮੇਜਰ ਨਹੀਂ ਕੀਤਾ ਜਾਂਦਾ ਇਹਦਾ ਪਤਾ ਨਹੀਂ ਲੱਗਦਾ। ਤੇ ਸਾਇਲੈਂਟਲੀ ਇਹ ਜਿਹੜੇ ਕਈ ਆਰਗਨਸ ਨੇ ਜਿੱਦਾਂ ਕਿ ਗੁਰਦੇ ਨੇ, ਹਾਰਟ ਹੈ, ਬ੍ਰੇਨ ਹੈ, ਉਹਨੂੰ ਡੈਮੇਜ ਕਰਦਾ ਤੇ ਅਲਟੀਮੇਟਲੀ ਅਧਰੰਗ ਹਾਰਟ ਅਟੈਕ ਦੇ ਇਨਸੀਡੈਂਟਸ ਅਤੇ ਜਿਹੜੀਆਂ ਅੱਖਾਂ ਤੇ ਵੀ ਇਫੈਕਟ ਪਾਉਂਦਾ ਤੇ ਕਿਡਨੀ ਫੇਲ ਕਰਦਾ ਤੇ ਉਹਦੇ ਇਨਸੀਡੈਂਟਸ ਵੱਧ ਜਾਂਦੇ ਨੇ। ਸਭ ਤੋਂ ਅੱਛੀ ਗੱਲ ਹੈ ਕਿ ਜੇ ਇਹਨੂੰ ਕੰਟਰੋਲ ਕਰ ਦਿੱਤਾ ਜਾਵੇ ਤੇ ਪਤਾ ਲੱਗੇ ਤੇ ਸਾਰੇ ਜਿਹੜੇ ਇਨਸੀਡੈਂਟਸ ਹੈ ਉਹ ਘਟ ਜਾਂਦੇ ਨੇ। ਬੇਸਿਕਲੀ ਜਿਹੜਾ ਬਲੱਡ ਪ੍ਰੈਸ਼ਰ ਹੈ ਉਹਨੂੰ ਅਸੀਂ ਕਹਿੰਦੇ ਕਿਦਾਂ ਹੈ? ਇਹ ਖੂਨ ਦਾ ਇੱਕ ਪ੍ਰਵਾਹ ਹੈ। ਜਿਹੜੀਆਂ ਪ੍ਰੈਸ਼ਰ ਹੁੰਦਾ, ਜਿਹੜੀਆਂ ਸਾਫ਼ ਖੂਨ ਵਾਲੀਆਂ ਨਾੜੀਆਂ, ਉਦੋਂ ਜਦੋਂ ਇਹਦਾ ਇੱਕ ਨੰਬਰ ਹੈ 140 ਤੋਂ ਉੱਪਰ ਹੋ ਜਾਏ ਤੇ ਨੀਚੇ ਵਾਲਾ ਬਲੱਡ ਪ੍ਰੈਸ਼ਰ ਜਿਹੜਾ 90 ਤੋਂ ਨੀਚੇ ਵੱਧ ਜਾਏ ਤਾਂ ਇਹਨੂੰ ਅਸੀਂ ਹਾਈਪਰਟੈਂਸ਼ਨ ਡਿਜ਼ੀਜ਼ ਕਹਿੰਦੇ ਆ। ਅਦਰਵਾਈਜ਼ ਸਾਨੂੰ ਪ੍ਰੈਸ਼ਰ ਚਾਹੀਦਾ ਸਾਡੀ ਬ੍ਰੇਨ ਦੀ ਸਪਲਾਈ ਲਈ, ਪਰ ਜਦੋਂ ਇੱਕ ਮਿਕਦਾਰ ਤੋਂ ਉੱਪਰ ਹੋ ਜਾਏ ਤਾਂ ਇਹਨੂੰ ਹਾਈਪਰਟੈਂਸ਼ਨ ਕਹਿੰਦੇ ਆ। ਤਾਂ ਜਿਹੜੇ ਆਪਾਂ ਕਹਿੰਦੇ ਕਿ ਬਲੱਡ ਪ੍ਰੈਸ਼ਰ ਕਾਮਨ ਕਿੰਨਾ, ਜਿੱਦਾਂ ਮੈਂ ਤੁਹਾਨੂੰ ਕਹਿ ਰਿਹਾ ਕਿ 40% ਜਿਹੜੇ ਅਰਬਨ ਯੰਗ ਨੇ ਉਹਨਾਂ ਨੂੰ ਬਲੱਡ ਪ੍ਰੈਸ਼ਰ ਹੈ, ਪਰ 80% ਨੂੰ ਪਤਾ ਹੀ ਨਹੀਂ ਉਹਨਾਂ ਨੂੰ ਬਲੱਡ ਪ੍ਰੈਸ਼ਰ ਹੈ। ਸਿਮਿਲਰਲੀ ਪਿੰਡਾਂ ਵਿੱਚ ਵੀ 30% ਲੋਕਾਂ ਨੂੰ ਯੰਗ ਨੂੰ ਤੇ ਜਾਂ 25 ਸਾਲ ਤੋਂ ਉੱਪਰ ਵਾਲਿਆਂ ਨੂੰ ਬਲੱਡ ਪ੍ਰੈਸ਼ਰ ਹੈ, ਪਰ ਉਹਨਾਂ ਨੂੰ ਬਹੁਤ ਘੱਟ ਲੋਕਾਂ ਨੂੰ ਪਤਾ। ਜਿਵੇਂ ਆਹ ਸਲਾਈਡ ਦੇ ਵਿੱਚ ਵੂਮਨਸ ਦਾ ਅਲੱਗ ਲਿਖਿਆ ਹੋਇਆ ਤੇ ਮੈਨਸ ਦਾ ਅਲੱਗ ਲਿਖਿਆ, ਇਹ ਵੀ ਜੈਂਡਰ ਵਾਈਜ਼ ਵੀ ਹੁੰਦਾ ਹਾਈਪਰਟੈਂਸ਼ਨ? ਦੇਖੋ, ਵਿਮਨ ਦੇ ਵਿੱਚ ਰਿਲੇਟਿਵਲੀ 40 ਸਾਲ ਤੋਂ ਘੱਟ ਦੀ ਉਮਰ 'ਚ ਬਲੱਡ ਪ੍ਰੈਸ਼ਰ ਦੀ ਪਰਸੈਂਟੇਜ ਘੱਟ ਹੈ, ਪਰ ਫਿਰ ਵੀ 20% ਹੈ। ਤੇ ਜੇ ਤੁਸੀਂ ਦੇਖੋ ਕਿ ਜਿਹੜੇ ਮੇਲ ਹੈ ਉਹਦੇ ਵਿੱਚ 25% ਹੈ, ਪਰ ਪੰਜਾਬ ਦੇ ਵਿੱਚ ਇਸ ਤੋਂ ਵੀ ਜ਼ਿਆਦਾ ਹੈ।
ਔਰ ਬੱਚਿਆਂ ਦੇ ਵਿੱਚ ਵੀ 5 ਤੋਂ 7% ਹੁੰਦੀ ਹੈ, ਪਰ ਜਦੋਂ 50-60 ਸਾਲ ਦੀ ਏਜ ਹੋ ਜਾਂਦੀ ਹੈ ਤਾਂ ਵਿਮਨ ਤੇ ਮੇਲ ਦੇ ਵਿੱਚ ਜਿਹੜੀ ਬਲੱਡ ਪ੍ਰੈਸ਼ਰ ਹੈ ਆਲਮੋਸਟ ਬਰਾਬਰ ਹੁੰਦਾ ਇਨਸੀਡੈਂਸ। ਸੋ ਕਹਿਣ ਦਾ ਭਾਵ ਹੈ ਕਿ ਪੂਰੀ ਪਾਪੂਲੇਸ਼ਨ ਦੇ ਵਿੱਚ ਬਲੱਡ ਪ੍ਰੈਸ਼ਰ ਬਹੁਤ ਹਾਈ ਹੈ। ਠੀਕ ਹੈ। ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਟਾਈਪਸ ਕਿਸ ਤਰ੍ਹਾਂ, ਜਿੱਦਾਂ ਸਲਾਈਡ 'ਤੇ ਆਈਆਂ, ਕਿਹੜੇ ਤਰ੍ਹਾਂ ਦੇ ਹਾਈਪਰਟੈਂਸ਼ਨਸ ਦੇਖੋ ਇਹਦੀਆਂ 3 ਸਟੇਜਾਂ ਨੇ। ਪਹਿਲੀ ਸਟੇਜ ਹੈ ਕਿ ਆਪਾਂ ਨੂੰ ਕਿਦੋਂ ਚਿੰਤਤ ਹੋਣਾ ਚਾਹੀਦਾ ਹੈ, ਇਹਨੂੰ WHO ਨੇ ਕਿਹਾ ਪ੍ਰੀ ਹਾਈਪਰਟੈਂਸ਼ਨ। ਜੇ ਉੱਪਰ ਵਾਲਾ BP 120 139 ਤੇ ਹੋਵੇ ਤਾਂ ਅਸੀਂ ਉਹਨਾਂ ਨੂੰ ਕਹਿਣਾ ਕਿ ਬਈ ਹੁਣ ਤੈਨੂੰ ਹੋ ਸਕਦਾ ਹੈ, ਤੇਰੇ 50% ਚਾਂਸ ਹੈ, ਤੂੰ ਧਿਆਨ ਰੱਖ। ਜੇ ਬਲੱਡ ਪ੍ਰੈਸ਼ਰ 140 ਤੋਂ ਉੱਪਰ ਹੋ ਹੀ ਗਿਆ ਤਾਂ ਉਹਨੂੰ ਅਸੀਂ 2 ਵਾਰੀ ਆਪਾਂ ਚੈੱਕ ਕੀਤਾ ਡਿਫਰੈਂਟ ਜਗ੍ਹਾ ਤੇ ਸ਼ਾਂਤੀ ਨਾਲ ਬੈਠ ਕੇ ਸਹੀ ਆਪਰੇਟਸ ਨਾਲ ਸਹੀ ਬੰਦੇ ਤੋਂ, ਤਾਂ ਉਸ ਨੂੰ ਅਸੀਂ ਡੈਫੀਨੇਸ਼ਨ 'ਚ ਕਹਿ ਦਿੰਦੇ ਹਾਂ ਕਿ ਤੁਹਾਨੂੰ ਬਲੱਡ ਪ੍ਰੈਸ਼ਰ ਹੈ। ਜਦੋਂ ਸਟੇਜ ਦੂਸਰੀ ਆ ਜਾਂਦੀ ਹੈ, ਜਦੋਂ ਬਲੱਡ ਪ੍ਰੈਸ਼ਰ 160 ਤੋਂ ਉੱਪਰ ਹੋ ਜਾਂਦਾ, ਉੱਪਰ ਵਾਲਾ, ਨੀਚੇ ਵਾਲਾ 100 ਤੋਂ ਉੱਪਰ ਹੋ ਜਾਂਦਾ, ਆਪਾਂ ਕਹਿੰਦੇ ਹਾਂ ਬਈ ਇਹ ਤੇਰੀ ਸੈਕਿੰਡ ਸਟੇਜ ਹੈ। ਬਾਕੀ ਹੋਰ ਵੀ ਕਈ ਟਾਈਪ ਹੈ, ਪਰ ਆਮ ਲੋਕਾਂ ਲਈ ਇਹ ਤਿੰਨੋਂ ਟਾਈਪ। ਖਤਰਨਾਕ ਕਿਹੜੀ ਸਟੇਜ ਹੁੰਦੀ ਹੈ? ਦੇਖੋ ਤਿੰਨੋਂ ਸਟੇਜਾਂ ਦੀ ਇੰਪੋਰਟੈਂਸ ਹੈ। ਜੇ ਪ੍ਰੀ ਹਾਈਪਰਟੈਂਸ਼ਨ 'ਚ ਆਪਾਂ ਧਿਆਨ ਰੱਖ ਲਾਂਗੇ, ਜਿਹੜੇ ਆਪਾਂ ਡਿਸਕਸ ਕਰਾਂਗੇ, ਤਾਂ ਆਪਾਂ ਨੂੰ ਹੋਏਗਾ ਹੀ ਨਹੀਂ। ਬਾਕੀ ਕੋਈ ਵੀ ਸਟੇਜ ਦਾ ਬਲੱਡ ਪ੍ਰੈਸ਼ਰ ਹੈ ਉਹ ਖਤਰਨਾਕ ਹੈ, ਨੋ ਡਾਊਟ। ਜਿੰਨਾ ਜ਼ਿਆਦਾ BP ਹੋਏਗਾ ਉਨਾ ਜ਼ਿਆਦਾ ਡੈਮੇਜ ਜਿਹੜਾ ਟਾਰਗੇਟ ਆਰਗਨ ਤੇ ਜ਼ਿਆਦਾ ਹੋਏਗਾ। ਜੀ, ਹਾਈਪਰਟੈਂਸ਼ਨ ਦੇ ਵਿੱਚ ਟਾਰਗੇਟ ਆਰਗਨ ਹੁੰਦਾ ਕਿਹੜਾ ਅਸਲ ਦੇ ਵਿੱਚ, ਜਿਹੜਾ ਮੇਨ ਆਰਗਨ ਟਾਰਗੇਟ ਹੁੰਦਾ? ਓਕੇ, ਦੇਖੋ ਹਾਈਪਰਟੈਂਸ਼ਨ ਟਾਰਗੇਟ ਆਰਗਨ ਆਪਾਂ ਇੱਥੋਂ ਸ਼ੁਰੂ ਕਰ ਦਿੰਦੇ ਹਾਂ। ਜਿਹੜਾ ਬ੍ਰੇਨ, ਸਟ੍ਰੋਕ ਦੇ ਇਨਸੀਡੈਂਸ, ਬਲੀਡਿੰਗ ਦੇ ਰਿਸਕ ਦੋਨੋਂ ਵੱਧ ਜਾਂਦੇ ਨੇ। ਹਾਰਟ ਦਾ ਸਾਈਜ਼ ਦਾ बढ़ना ਤੇ ਹਾਰਟ ਅਟੈਕ ਹੋਣਾ ਦੋਨੋਂ ਜ਼ਿਆਦਾ ਰਿਸਕ ਹੁੰਦੇ ਨੇ। ਹਾਰਟ ਫੇਲ ਜਿਹਨੂੰ ਕਹਿੰਦੇ ਆ, ਹਾਰਟ ਅਟੈਕ ਕਹਿੰਦੇ ਆ, ਉਹਦੇ ਇਨਸੀਡੈਂਸ ਵੱਧ ਜਾਂਦੇ ਨੇ। ਕਿਡਨੀ ਦੀ ਇਨਵੋਲਵਮੈਂਟ ਵੱਧ ਜਾਂਦੀ ਹੈ। ਤਿੰਨ ਤਾਂ ਬਹੁਤ ਇੰਪੋਰਟੈਂਟ ਹੈ। ਅੱਖਾਂ ਤੇ ਇਹਦਾ ਪ੍ਰਭਾਵ ਪੈ ਜਾਂਦਾ ਜਿਹਨੂੰ ਰੈਟੀਨੋਪੈਥੀ ਕਹਿੰਦੇ ਆ, ਤੇ ਇਹਦੇ ਨਾਲ ਜਿਹੜੀ ਨਿਗਾਹ ਹੈ ਉਹ ਬਹੁਤ ਜ਼ਿਆਦਾ ਡਾਊਨ ਹੋ ਜਾਂਦੀ ਹੈ। ਇਹ 5 ਜਿਹੜੇ ਹੈਗੇ ਨੇ ਮੇਨ ਆਰਗਨਸ ਨੇ। ਬਾਕੀ ਇਹਦੇ ਇਫੈਕਟ ਕੋਈ ਵੀ ਇਹੋ ਜਿਹੀ ਚੀਜ਼ ਨਹੀਂ ਜੁੜੀ ਜਿਹਦੇ ਨਹੀਂ ਹੁੰਦੇ, ਕਿਉਂਕਿ ਬਲੱਡ ਪ੍ਰੈਸ਼ਰ ਦੇ ਨਾਲ ਵੀ ਇਨਸੂਲਿਨ ਰੈਜ਼ਿਸਟੈਂਸ ਕੋਰਿਲੇਟਡ ਹੈ ਤੇ ਇਹਦੇ ਨਾਲ ਸ਼ੂਗਰ ਵੀ ਇੰਟਰਰਿਲੇਟਡ ਹੈਗੀ ਹੈ। ਸੋ ਕਾਫੀ ਡਿਜ਼ੀਜ਼ ਇੰਟਰਰਿਲੇਟਡ ਹੈਗੇ ਨੇ। ਤੇ ਰਿਸਕ ਫੈਕਟਰਸ ਲਿਖੇ, ਮਤਲਬ ਇਹਨਾਂ ਚੀਜ਼ਾਂ ਦੇ ਨਾਲ ਰਿਸਕ ਜ਼ਿਆਦਾ ਰਹਿੰਦਾ ਕਿ ਹਾਈਪਰਟੈਂਸ਼ਨ ਹੋਵੇ? ਕਿਉਂਕਿ ਆਪਾਂ ਨੂੰ ਪਤਾ ਹੈ ਕਿ ਜਿੱਦਾਂ ਆਪਾਂ ਡਿਸਕਸ ਕਰ ਰਹੇ ਸੀ ਕਿ ਸਟ੍ਰੈਸ ਕਰਕੇ BP ਵੱਧਦਾ ਹੈ। ਸਾਲਟ ਕੰਜ਼ੰਪਸ਼ਨ ਸਭ ਤੋਂ ਇੰਪੋਰਟੈਂਟ ਹੈ, ਜਿਹੜੀ ਵਾਈਟ ਤੁਸੀਂ ਸਮਝ ਲਓ। ਜਿਹੜਾ ਵੀ ਆਪਾਂ ਐਕਸਟਰਾ ਨਮਕ ਪਾ ਰਹੇ ਹਾਂ, ਆਪਾਂ ਬਲੱਡ ਪ੍ਰੈਸ਼ਰ ਨੂੰ ਇਨਵਾਈਟ ਕਰ ਰਹੇ ਹਾਂ, ਪਹਿਲੀ ਚੀਜ਼। ਦੂਸਰਾ, ਕਈ ਲੋਕ ਪਹਿਲਾਂ ਕਹਿੰਦੇ ਸੀ 1-2 ਪੈਗ ਅਲਕੋਹਲ ਦੇ ਨਾਲ ਕੋਈ ਫਰਕ ਨਹੀਂ ਪੈਂਦਾ, ਪਰ ਬਲੱਡ ਪ੍ਰੈਸ਼ਰ ਹੁਣ ਸਾਰੇ ਸਹੀ ਕਹਿੰਦੇ ਨੇ ਕਿ ਅਲਕੋਹਲ ਦੇ ਨਾਲ ਜ਼ਿਆਦਾ ਅਲਕੋਹਲ ਲਓਗੇ ਤਾਂ ਤੁਹਾਡਾ ਬਲੱਡ ਪ੍ਰੈਸ਼ਰ ਵਧੇਗਾ। ਤੀਸਰੀ ਚੀਜ਼ ਹੈ ਕਿ ਜਿਹੜੇ ਆਪਾਂ ਫੈਟੀ ਐਸਿਡਸ ਹੈ, ਕਿਉਂਕਿ ਜਿਹੜੇ ਟਰਾਂਸ ਫੈਟੀ ਹੈ, ਫਾਸਟ ਫੂਡ ਵਗੈਰਾ ਹੈ ਜਿਹਦੇ 'ਚ ਜ਼ਿਆਦਾ ਨਮਕ ਹੈ, ਉਹਨਾਂ ਦੇ ਵਿੱਚ ਕੈਲਰੀਜ਼ ਜ਼ਿਆਦਾ ਹੁੰਦੀਆਂ, weight ਜ਼ਿਆਦਾ ਹੋ ਜਾਂਦਾ ਹੈ, ਇਨਸੂਲਿਨ ਰੈਜ਼ਿਸਟੈਂਸ ਆਉਂਦੀ ਹੈ। ਉਹ ਇੱਕ ਸਾਈਕਲ ਬਣ ਜਾਂਦਾ ਜਿਹੜਾ ਤੁਹਾਡਾ ਬਲੱਡ ਪ੍ਰੈਸ਼ਰ ਬਣਾਉਂਦਾ ਹੈ। ਕੁਝ ਕਈ ਚੀਜ਼ਾਂ ਨੇ ਜਿੱਦਾਂ ਨੈਗੇਟਿਵ ਚੀਜ਼ਾਂ, ਕਈ ਲੋਕ ਸੈਲਡ ਨਹੀਂ ਖਾਂਦੇ, ਫਰੂਟਸ ਨਹੀਂ ਖਾਂਦੇ, ਬੈਠੇ ਰਹਿੰਦੇ ਨੇ, ਐਕਟੀਵਿਟੀ ਨਹੀਂ ਕਰਦੇ, ਤੇ ਜਿਹੜੇ ਜ਼ਿਆਦਾ ਓਵਰਵੇਟ ਹੁੰਦੇ ਨੇ ਜਾਂ ਸੈਂਟਰਲ ਮੋਟਾਪਾ ਹੈ, ਇਹਨਾਂ ਦੇ ਵਿੱਚ ਬਲੱਡ ਪ੍ਰੈਸ਼ਰ ਜ਼ਿਆਦਾ ਵਧਣ ਦੇ ਚਾਂਸ ਹੈ। ਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਇਹ ਕਾਜ਼ਸ ਤਾਂ ਚਲੋ ਆਪਾਂ ਸਾਰੇ ਦੱਸ ਦਿੱਤੇ, ਉਸ ਤੋਂ ਬਾਅਦ ਇਹਨਾਂ ਦੇ ਡਾਇਗਨੋਸ ਕਿਸ ਤਰ੍ਹਾਂ ਪਰਸਨ ਇਸ ਨੂੰ ਕਰ ਸਕਦਾ ਹੈ? ਵੀ ਘਰੇ ਬੈਠੇ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਇਹ ਨੰਬਰ ਚੈੱਕ ਕਰਨ ਦੇ ਨਾਲ ਹੀ ਪਤਾ ਲੱਗਦਾ ਹੈ, ਆਮ ਸਿੰਪਟਮਸ ਕੀ ਦੇਖਣ ਨੂੰ ਮਿਲਦੇ? ਦੇਖੋ 70% 'ਚ ਨੰਬਰ ਚੈੱਕ ਕਰਨਾ ਪੈਂਦਾ, 30% 'ਚ ਕੇਸਿਸ ਹੋ ਸਕਦੇ, 10 ਤੋਂ 30% ਕਿ ਹੈਡੇਕ ਹੋ ਗਿਆ, ਅੱਖਾਂ 'ਚ ਦੋ ਦਿਖਣ ਲੱਗ ਗਏ, ਚੱਕਰ ਆਣਾ, ਕਮਜ਼ੋਰੀ ਦਾ ਹੋਣਾ, ਬਲੀਡਿੰਗ ਹੈ ਨਾ, ਆਪਾਂ ਕਹਿੰਦੇ ਆ ਨਕਸੀਰ ਦਾ ਛੁੜਕਣਾ, ਚੈਸਟ ਪੇਨ ਜਾਂ ਸਾਹ ਹੋਣਾ। ਇਹ ਕੁਝ ਲੋਕਾਂ 'ਚ ਬਲੱਡ ਪ੍ਰੈਸ਼ਰ ਦੇ ਸਿੰਪਟਮ ਹੋ ਸਕਦੇ ਨੇ, ਪਰ ਜ਼ਿਆਦਾਤਰ ਬਲੱਡ ਪ੍ਰੈਸ਼ਰ ਸਿਰਫ ਜਦੋਂ ਆਪਾਂ ਟੈਸਟ ਕਰਦੇ ਹਾਂ, ਜਦੋਂ ਆਪਾਂ ਚੈਕਿੰਗ ਕਰਦੇ ਹਾਂ ਸਹੀ ਤਰੀਕੇ ਨਾਲ, ਉਦੋਂ ਆਪਾਂ ਨੂੰ ਪਤਾ ਲੱਗਦਾ। ਸੋ ਨੰਬਰਸ ਆਰ ਵੈਰੀ ਇੰਪੋਰਟੈਂਟ। ਸਿੰਪਟਮ ਵੱਲ ਵੀ ਧਿਆਨ ਰੱਖਣਾ, ਪਰ ਰੈਗੂਲਰ ਚੈੱਕਅਪ ਜਿਹੜੀ ਬਲੱਡ ਪ੍ਰੈਸ਼ਰ ਦੀ ਕਿਸ ਪਾਰਟਿਕੂਲਰਲੀ 30 ਈਅਰ ਏਜ ਤੋਂ ਬਾਅਦ ਤਾਂ ਰੈਗੂਲਰ ਚੈੱਕ ਕਰਾਉਣਾ ਚਾਹੀਦਾ। ਜਿਨ੍ਹਾਂ ਦੀ ਫੈਮਿਲੀ ਹਿਸਟਰੀ ਬਲੱਡ ਪ੍ਰੈਸ਼ਰ ਦੀ ਹੋਵੇ ਉਹਨਾਂ ਨੂੰ ਯੰਗ ਏਜ ਤੋਂ ਚੈੱਕ ਕਰਾਉਣਾ। ਕੁਝ ਨੁਸਖੇ ਜਿਹੜੇ ਜਿਹਦੇ ਨਾਲ ਬੰਦਾ ਹੈਲਦੀ ਲਾਈਫ ਜੀ ਸਕੇ, ਐਦਾਂ ਦੀ ਪ੍ਰੋਬਲਮ ਉਹਨੂੰ ਕਦੀ ਆਵੇ ਹੀ ਨਾ? ਦੇਖੋ ਇਹਦੇ ਵਿੱਚ 3 ਚੀਜ਼ਾਂ ਨੇ। ਪਹਿਲਾਂ ਨਾਨ ਫਾਰਮਾਕੋਲੋਜੀਕਲ ਟ੍ਰੀਟਮੈਂਟ, ਜਿਹੜੇ ਕਿ ਤੁਸੀਂ ਨੁਸਖੇ ਕਹਿੰਦੇ ਹੋ, ਇਹ ਮੈਂ 4 ਚੀਜ਼ਾਂ ਬਹੁਤ ਇੰਪੋਰਟੈਂਟ ਸਮਝਦਾ। ਪਹਿਲਾ, ਆਪਣੇ ਰੋਜ਼ਾਨਾ ਵਾਕ, ਓਵਰਵੇਟ ਹੋਣ ਨਾ ਦਿਓ, ਉਹ ਵੀ ਨੰਬਰ ਹੀ ਹੈ, ਆਪਣਾ weight gain ਨਾ ਹੋਣ ਦਿਓ। ਮਿੱਠਾ ਤੇ ਨਮਕ, ਜੇ ਇਸ ਨੂੰ ਆਪਾਂ ਘਟਾ ਦਾਂਗੇ ਬਲੱਡ ਪ੍ਰੈਸ਼ਰ ਹੋਣ ਦੇ ਚਾਂਸਿਸ ਘੱਟ ਨੇ। ਸਾਡੀ ਸਟੱਡੀਜ਼ ਇਹ ਕਹਿੰਦੀਆਂ, ਜੋ ਹੀਰੋ DMC ਤੇ ਬਾਕੀ ਇੰਟਰਨੈਸ਼ਨਲ ਸਟੱਡੀਜ਼ ਹੋਈਆਂ, ਕਿ ਅਗਰ ਯੋਗਾ ਨਿਯਮਿਤ ਰੂਪ ਤੇ ਕੀਤਾ ਜਾਵੇ, ਪ੍ਰਾਣਾਯਾਮ ਜਿੱਦਾਂ ਹੈ, ਉਹਦੇ ਨਾਲ 2 ਤੋਂ 5 ਡਿਗਰੀ ਬਲੱਡ ਪ੍ਰੈਸ਼ਰ ਘਟ ਜਾਂਦਾ ਹੈ। ਅਸੀਂ ਜੇ ਆਪਣੇ ਇੱਕ ਦਿਨ ਵਿੱਚ 2 ਜਾਂ 3 ਜਿਹੜੀਆਂ ਨੇ ਪੋਰਸ਼ਨ ਹੈ ਵੈਜੀਟੇਬਲ ਦੇ ਜਾਂ ਸੈਲਡ ਜਿਹਨੂੰ ਕਹਿੰਦੇ ਆ, ਜਾਂ ਫਰੂਟਸ ਹੈ, ਉਹ बढ़ा ਲਈਏ ਤੇ ਫਾਸਟ ਫੂਡ ਨੂੰ ਘਟਾ ਦਈਏ, ਤਾਂ ਇਹਦੇ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਹੋ ਸਕਦਾ ਹੈ। ਚੌਥਾ, ਜਿਹੜੀ ਸਟ੍ਰੈਸ ਹੈ ਉਹਨੂੰ ਹਰ ਇੱਕ ਕੋਲੇ ਆਪਣੇ ਤਰੀਕੇ ਹਨ, ਜਿੱਦਾਂ ਯੋਗਾ, ਮੈਡੀਟੇਸ਼ਨ, ਮਿਊਜ਼ਿਕ, ਆਪਣੀ ਹੌਬੀਜ਼ ਹੈ, ਜੇ ਆਪਾਂ ਕਰਾਂਗੇ ਤਾਂ ਇਹਦੇ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਹੋ ਸਕਦਾ ਹੈ। ਇਹ ਤਾਂ ਹੋ ਗਏ ਆਪਣੀਆਂ ਚੀਜ਼ਾਂ ਜਿਹੜੀਆਂ ਆਪਾਂ ਕਰ ਸਕਦੇ ਹਾਂ। ਕੁਝ ਚੀਜ਼ਾਂ ਨੇ ਜਿਹੜੀਆਂ ਇਨਡਾਇਰੈਕਟਲੀ ਬਲੱਡ ਪ੍ਰੈਸ਼ਰ ਵਧਾਉਂਦੀਆਂ, ਉਹਦੇ ਬਾਰੇ ਮੈਂ ਦੱਸਾਂਗਾ। ਜਿੱਦਾਂ ਕਿ ਆਪਾਂ ਕਹਿੰਦੇ ਆ ਕਿ ਜਿਹੜੀਆਂ ਪੇਨ ਕਿਲਰਸ ਹੈ, ਜਿੱਦਾਂ ਬਰੂਫਨ ਹੈ, ਕੰਬੀਫਲੇਮ ਹੈ, ਨਿਮੂਲਿਡ ਹੈ, ਕਈ ਦਵਾਈਆਂ ਤਾਂ ਬੈਨ ਹੀ ਹੋ ਗਈਆਂ,
ਉਹਨਾਂ ਦਵਾਈਆਂ ਕਰਕੇ ਵੀ ਇਨਡਾਇਰੈਕਟਲੀ ਬਲੱਡ ਪ੍ਰੈਸ਼ਰ ਵੱਧਦਾ ਹੈ। ਸੋ ਇਹਨਾਂ ਦਵਾਈਆਂ ਨੂੰ ਅਵੋਇਡ ਕਰਨਾ ਚਾਹੀਦਾ ਆਮ ਹੈ। ਤੌਰ ਤੇ ਜੇ ਕਿਸੇ ਦਾ ਘਰੇ ਸਿਰ ਦੁਖਦਾ ਹੋਵੇ ਉਹ ਪੈਰਾਸੀਟਾਮੋਲ ਖਾ ਲੈਂਦਾ, ਕੰਬੀਫਲਿਮ ਦੀ ਟੈਬਲੇਟ ਲੈਂਦਾ, ਮਤਲਬ ਅਸਲ ਦੇ ਵਿੱਚ ਉਹ ਗਲਤ ਹੁੰਦੀਆਂ ਨੇ, ਖਾਣੀਆਂ ਨਹੀਂ ਚਾਹੀਦੀਆਂ। ਹਾਂ, ਉਹ ਦੇਖੋ ਸਿਰ ਦਰਦ ਵਾਸਤੇ ਇਹਦਾ ਪਹਿਲਾ ਕਾਰਨ ਦੇਖੋ, ਪਰ ਹੈਡੇਕ, ਫੀਵਰ, ਸਭ ਤੋਂ ਸੇਫ ਡਰਗ ਕਰੋਸੀਨ ਹੈ। ਉਹਨੂੰ ਤੁਸੀਂ 4 ਤੋਂ 5 ਟੇਬਲੇਟਸ ਪਰ ਡੇ ਲੈ ਸਕਦੇ ਹੋ ਹਾਈਡਰੇਸ਼ਨ ਦੇ ਨਾਲ, ਅਵੋਇਡ ਕਰ ਸਕਦੇ ਹੋ। ਜਿੰਨੀ ਘੱਟ ਲਓ ਮੈਡੀਸਨ ਉਹਨਾਂ ਅੱਛਾ ਹੈ, ਪਰ ਜੇ ਲੈਣੀ ਹੈ ਤਾਂ ਕਰੋਸੀਨ ਬੈਟਰ ਹੈ। ਡਿਸਪ੍ਰਿਨ, ਕੰਬੀਫਲੇਮ, ਇਬੂਜੈਸਿਕ ਪਲੱਸ ਜੋ ਆਪਾਂ ਗੱਲਾਂ ਕਰ ਰਹੇ ਹਾਂ, ਇਹਨਾਂ ਦਾ ਜ਼ਿਆਦਾ ਯੂਜ਼ ਕਰਨਾ ਕਿਡਨੀ ਤੇ ਬਲੱਡ ਪ੍ਰੈਸ਼ਰ ਨੂੰ ਨਿਯੋਤਾ ਦੇਣਾ। ਅੱਜ ਡੀਐਮਸੀ ਦੇ ਵਿੱਚ ਵੀ ਮੈਂ ਦੇਖ ਰਿਹਾ ਹਾਈਪਰਟੈਂਸ਼ਨ ਡੇ ਮਨਾਇਆ ਜਾ ਰਿਹਾ, ਲੋਕਾਂ ਦਾ ਇੱਥੇ ਬੀਪੀ ਚੈੱਕ ਕੀਤਾ ਜਾ ਰਿਹਾ। ਲੋਕਾਂ ਨੂੰ ਕੀ ਸੁਨੇਹਾ ਦੋਗੇ ਤੁਸੀਂ, ਕਿਉਂਕਿ ਜਾਗਰੂਕਤਾ ਇਸ ਦੇ ਨਾਲ ਵੀ ਫੈਲਾ ਰਹੇ ਹੋ, ਲੋਕਾਂ ਨੂੰ ਤੁਸੀਂ ਕੀ ਸੰਦੇਸ਼ ਦਿਓਗੇ? ਦੇਖੋ, ਜਿੱਦਾਂ ਮੈंने ਤੁਹਾਨੂੰ ਨੰਬਰ ਦੀ ਗੱਲ ਕੀਤੀ, ਅਸੀਂ ਸਵੇਰ ਦੇ 156 ਪੇਸ਼ੈਂਟ ਦੇਖ ਚੁੱਕੇ ਹਾਂ। ਉਹਨਾਂ ਵਿੱਚੋਂ ਟੋਟਲ ਸਾਨੂੰ ਜਿਹੜੇ ਜਿਨ੍ਹਾਂ ਨੂੰ ਬਲੱਡ ਪ੍ਰੈਸ਼ਰ ਨਹੀਂ ਸੀ, 60 ਪੇਸ਼ੈਂਟ ਸਾਨੂੰ ਟੋਟਲ ਮਿਲੇ ਨੇ 160 ਪੇਸ਼ੈਂਟਾਂ ਦੇ ਵਿੱਚੋਂ ਕਲੋਜ਼ ਦੇ ਕਰੀਬ ਦੇ ਵਿੱਚ, ਜਿਨ੍ਹਾਂ ਦਾ ਹਾਈ ਬੀਪੀ ਹੈ। ਜਿਨ੍ਹਾਂ ਨੂੰ ਅਸੀਂ ਦੂਸਰੀ ਵਾਰ ਰੀਡਿੰਗ ਲਵਾਂਗੇ ਤਾਂ ਇਹਦਾ ਮਤਲਬ ਇਹ ਹੈਗਾ ਕਿ ਕਮ ਸੇ ਕਮ 30% ਪੇਸ਼ੈਂਟ ਜਿਹੜੇ ਹੈਗੇ ਨੇ ਅੱਜ ਅਸੀਂ ਨਵੇਂ ਪਾਏ ਨੇ, ਸਿਰਫ ਨੰਬਰਸ ਕਰਕੇ। ਸੋ ਮੇਰਾ ਐਡਵਾਈਸ ਹੈ ਕਿ ਆਪਾਂ ਨੂੰ ਬਲੱਡ ਪ੍ਰੈਸ਼ਰ ਪਹਿਲਾਂ ਸਾਇਲੈਂਟ ਕਿਲਰ ਹੈ, ਇਹਨੂੰ ਮੰਨਣਾ ਚਾਹੀਦਾ ਹੈ। ਦੂਸਰਾ, ਸਿੰਪਟਮਸ ਵੱਲ ਛੱਡ ਕੇ ਨੰਬਰਸ ਵੱਲ ਧਿਆਨ ਰੱਖੋ। ਰੈਗੂਲਰ ਸਹੀ ਤਰੀਕੇ ਨਾਲ ਬਲੱਡ ਪ੍ਰੈਸ਼ਰ ਦੀ ਚੈੱਕਅਪ ਕਰਾਓ, ਤੇ ਅਗਰ ਬਲੱਡ ਪ੍ਰੈਸ਼ਰ ਹੈ ਤਾਂ ਪਹਿਲਾਂ ਜਿਹੜੇ ਮੈਂ ਤੁਹਾਨੂੰ ਤਰੀਕੇ ਦੱਸੇ ਉਹ ਟਰੀਟ ਕਰੋ। ਸਾਈਡ ਇਫੈਕਟ ਜਿਹੜੀਆਂ ਮੈਡੀਸਨ ਨੇ ਬਲੱਡ ਪ੍ਰੈਸ਼ਰ ਦੀਆਂ ਬਹੁਤ ਘੱਟ ਹੈ, ਸਸਤੀਆਂ ਨੇ, ਕਾਸਟ ਇਫੈਕਟਿਵ ਹੈ। ਆਪਣਾ ਬਲੱਡ ਪ੍ਰੈਸ਼ਰ ਜਿਹਨੂੰ ਹੋਵੇ ਉਹਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਮੈਨੂੰ ਦਵਾਈ ਲੱਗ ਜਾਏਗੀ। ਅਗਰ ਬਾਕੀ ਇਹ ਧਾਰਨਾ ਵੀ ਬਣੀ ਹੋਈ ਹੈ, ਜੇ ਕਿਸੇ ਨੂੰ ਛੋਟੀ ਉਮਰ ਦੇ ਵਿੱਚ ਵੀ ਬਲੱਡ ਪ੍ਰੈਸ਼ਰ ਹੈ, ਉਹਨੂੰ ਦੇ ਦੇਣੇ ਯਾਰ ਤੈਨੂੰ ਇੰਨੀ ਛੋਟੀ ਉਮਰ ਦੇ ਵਿੱਚ ਬੀਪੀ ਦੀ ਗੋਲੀ ਲੱਗ ਗਈ, ਤੂੰ ਸਾਰੀ ਉਮਰ 'ਚ ਕੀ ਕਰੇਂਗਾ। ਬਿਲਕੁਲ, ਇਹ ਬਹੁਤ ਇੰਪੋਰਟੈਂਟ ਚੀਜ਼ ਹੈ, ਕਿਉਂਕਿ ਇਹ ਜਿਹੜੀ ਧਾਰਨਾ ਹੈ ਇਹੀ ਮਾਰ ਰਹੀ ਹੈ ਆਪਾਂ ਨੂੰ। ਆਪਾਂ ਕਹਿੰਦੇ ਆ ਯਾਰ ਮੈਨੂੰ ਤਾਂ ਸਿੰਪਟਮ ਹੋਣਗੇ ਮੈਂ ਫੇਰ ਲਊਂਗਾ, ਪਹਿਲੀ ਤਾਂ ਆਪਾਂ ਦੱਸ ਦਿੱਤਾ ਕਿ ਗਲਤ ਹੈ। ਦੂਸਰਾ, ਬਈ ਆਪਾਂ ਬੈਨੀਫਿਟ ਤੇ ਇਹ ਦੇਖਣਾ ਵੀ ਆਪਾਂ ਨੂੰ ਨੁਕਸਾਨ ਹੈ ਕਿ ਬੈਨੀਫਿਟ ਹੈ। ਆਪਣਾ ਜੇ ਸ਼ੂਗਰ 300 ਹੈ, ਜੇ ਆਪਾਂ ਦਵਾਈ ਚੈੱਕ ਕਰੇ ਤਾਂ ਹੀ ਪਤਾ ਲੱਗੂਗਾ। ਜੇ ਆਪਾਂ 100 ਤੋਂ ਨਹੀਂ ਕਰਾਂਗੇ, ਆਪਾਂ ਸ਼ੂਗਰ ਦੀ ਦਵਾਈ ਨੂੰ ਲੱਗਿਆ ਤਾਂ ਨਹੀਂ ਕਵਾਂਗੇ, ਆਪਾਂ ਕਵਾਂਗੇ ਵੀ ਆਪਾਂ ਸ਼ੂਗਰ ਕੰਟਰੋਲ ਕੀਤੀ ਹੈ ਤੇ ਆਪਾਂ ਨੂੰ ਕੰਪਲਿਕੇਸ਼ਨ ਨਹੀਂ ਆਣਗੀਆਂ। ਸਿਮਿਲਰਲੀ ਬਲੱਡ ਪ੍ਰੈਸ਼ਰ ਹੈ ਕਿ ਜੇ ਸਾਨੂੰ ਤੰਗ ਨਹੀਂ ਕਰ ਰਿਹਾ, ਪਰ ਜੇ ਇਹਨੂੰ ਲੰਬੀ ਦੇਰ ਚੱਲਾਂਗੇ, ਤੁਸੀਂ ਦੇਖੋ ਕਿ ਜੇ ਹਾਈ ਬਲੱਡ ਪ੍ਰੈਸ਼ਰ ਇੱਕ ਨਾੜੀ ਹੈ ਤਾਂ ਆਪਣੇ ਜਿਹੜੇ ਆਰਗਨਸ ਆ ਉਹਨਾਂ ਨੂੰ ਨੁਕਸਾਨ ਕਰੇਗੀ। ਤੇ ਇਹਦੇ ਸਾਈਡ ਇਫੈਕਟ ਮੈਂ ਬਾਰ-ਬਾਰ ਇਹੀ ਕਹਿ ਰਿਹਾ, ਜਿਹੜੀਆਂ ਬਲੱਡ ਪ੍ਰੈਸ਼ਰ ਦੀਆਂ ਦਵਾਈਆਂ ਨੇ ਵਰਲਡ ਓਵਰ, ਇਹਦੇ ਸਾਈਡ ਇਫੈਕਟ ਬਹੁਤ ਘੱਟ ਹੈ ਤੇ ਇਫੈਕਟਿਵ ਹੈ ਤੇ ਕਾਸਟ ਇਫੈਕਟਿਵ ਹੈ, ਸਸਤੀਆਂ। ਸੋ ਮੇਰੀ ਫੇਰ ਰਿਕੁਐਸਟ ਹੈ ਕਿ ਆਪਾਂ ਨੂੰ ਦਵਾਈ ਕੰਟੀਨਿਊ ਕਰਨੀ ਚਾਹੀਦੀ। ਬਹੁਤ ਬਹੁਤ ਧੰਨਵਾਦ ਜੀ। ਤਾਂ ਇਸ ਸਨ ਸਾਡੇ ਨਾਲ ਡਾਕਟਰ ਵਿਸ਼ਵ ਮੋਹਨ ਜੀ, ਜਿਹਨਾਂ ਨਾਲ ਆਪਾਂ ਗੱਲਬਾਤ ਕੀਤੀ ਹੈ ਤੇ ਪੂਰਾ ਪਿੱਛੇ ਸਲਾਈਡਸ ਦੇ ਰਾਹੀਂ ਇਹਨਾਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਹਾਈਪਰਟੈਂਸ਼ਨ ਹੁੰਦੀਆਂ ਕੀ ਨੇ, ਬਲੱਡ ਪ੍ਰੈਸ਼ਰ ਵੱਧਦਾ ਕਿਸ ਤਰ੍ਹਾਂ, ਕੀ ਕਾਰਨ ਰਹਿੰਦੇ ਨੇ ਤੇ ਉਹ ਠੀਕ ਕਿਸ ਤਰ੍ਹਾਂ ਕੀਤਾ ਜਾ ਸਕਦਾ। ਪ੍ਰੀਵੈਂਸ਼ਨਸ ਵੀ ਇੱਥੇ ਦੱਸੀਆਂ ਹੋਈਆਂ ਨੇ ਕਿ ਕੀ ਪ੍ਰੀਵੈਂਸ਼ਨਸ ਨੇ। ਜੇ ਇਹ ਚੀਜ਼ਾਂ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚੋਂ ਕੱਢ ਦੋਗੇ ਤੇ ਗੱਲਾਂ ਮੰਨੋਗੇ ਤਾਂ ਤੁਹਾਨੂੰ ਹਸਪਤਾਲਾਂ ਦੇ ਵਿੱਚ ਚੱਕਰ ਲਗਾਉਣ ਦੀ ਜਾਂ ਆਪਣੇ ਬੀਪੀ ਦੀ ਦਵਾਈ ਖਾਣ ਦੀ ਲੋੜ ਨਹੀਂ ਪਏਗੀ। ਵਧੀਆ ਡਾਈਟ ਲਓ ਤੁਸੀਂ, ਆ ਡਾਈਟ ਚਾਰਟ ਵੀ ਇੱਥੇ ਡੀਐਮਸੀ ਹਸਪਤਾਲ ਦੇ ਵਿੱਚ ਲਗਾਇਆ ਹੋਇਆ, ਤਾਂ ਬਹੁਤ ਵਧੀਆ ਤਰੀਕੇ ਦੇ ਨਾਲ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਲੋਕ ਸਿਹਤਮੰਦ ਰਹਿਣ। ਹਰੇਕ ਚੀਜ਼ ਪੁਆਇੰਟ ਟੂ ਪੁਆਇੰਟ ਇੱਥੇ ਸਮਝਾਈ ਜਾ ਰਹੀ ਹੈ, ਕਿਸ ਤਰ੍ਹਾਂ ਸਟ੍ਰੈਸ ਨੂੰ ਮੈਨੇਜ ਕੀਤਾ ਜਾਵੇ, ਬਲੱਡ ਪ੍ਰੈਸ਼ਰ ਰੈਗੂਲਰਲੀ ਚੈੱਕ ਕੀਤਾ ਜਾਵੇ, ਪ੍ਰੋਪਰ ਮੈਡੀਸਨਸ ਲਿੱਤੀਆਂ ਜਾਣ, ਡਾਕਟਰ ਦੀ ਸਲਾਹ ਲਿੱਤੀ ਜਾਵੇ, ਤਾਂ ਆਪਣੇ ਦਿਲ ਨੂੰ ਕਿੱਦਾਂ ਅਸੀਂ ਪੂਰਾ ਤੰਦਰੁਸਤ ਰੱਖਣਾ, ਸਾਰਾ ਕੁਝ ਇੱਥੇ ਸਮਝਾਇਆ ਜਾ ਰਿਹਾ। ਤਾਂ ਆਪਣੀ ਕਾਉਂਸਲਿੰਗ ਤੁਸੀਂ ਟਾਈਮ ਟੂ ਟਾਈਮ ਕਰਦੇ ਰਹੋ ਤਾਂ ਕਿ ਸਿਹਤਮੰਦ ਤੁਸੀਂ ਬਣੇ ਰਹੋ। ਤਾਂ ਵਧੇਰੇ ਅਪਡੇਟਸ ਸੀ ਸਾਨੂੰ ਜੁੜੇ ਰਹੋ। ਕੈਮਰਾਮੈਨ ਸਤਨ ਮਠਾੜੂ ਦੇ ਨਾਲ ਸਰਬਜੀਤ ਸਿੰਘ ਭੱਲਾ, ਲੁਧਿਆਣਾ ਟਾਈਮਸ।